ਆਪਣੇ ਕਾਗਜ਼ ਭਰੇ ਸੀਗੇ ਉਹ ਅੱਜ ਕੁਝ ਕਾਰਨਾਂ ਕਰਕੇ ਮੈਂ ਉਹਨਾਂ ਨੂੰ ਵਿਡਰਾ ਕਰਨ ਆਈ ਹਾਂ। ਔਰ ਤੁਸੀਂ ਹੁਣ ਨੈਕਸਟ ਸਵਾਲ ਤੁਹਾਡਾ ਇਹ ਹੋਊਗਾ ਕਿ ਉਹ ਕਾਗਜ਼ ਕਿਉਂ ਵਿਡਰਾ ਕੀਤੇ ਗਏ, ਤਾਂ ਮੈਂ ਪਹਿਲੇ ਦਿਨੋਂ ਹੀ ਜਿਹੜੇ ਮੇਰੇ ਸਟੈਂਡ ਤੇ ਸੀਗੀ ਉਸੇ ਤੇ ਹੀ ਆ। ਮੈਂ ਜੋ ਫੈਸਲਾ ਭਰਨ ਦਾ ਲਿਆ ਸੀ ਉਹ ਵੀ ਮੇਰੇ ਪਰਿਵਾਰ ਤੇ ਮੇਰੇ ਸਾਥੀਆਂ ਨੂੰ ਪੁੱਛ ਕੇ ਲਿਆ ਸੀਗਾ। ਉਹਨਾਂ ਨੇ ਮੈਨੂੰ ਕਿਹਾ ਸੀ ਭਰਨੇ ਚਾਹੀਦੇ ਆ। ਇਹ ਸਾਡੀ ਇੱਜ਼ਤ ਤੇ ਆਬਰੂ ਦੀ ਲੜਾਈ ਸੀਗੀ। ਇਹ ਲੜਾਈ ਸੀਗੀ ਉਸ ਹਾਈ ਕਮਾਂਡ ਨਾਲ ਜਿਨ੍ਹਾਂ ਨੇ ਹਜ਼ਾਰਾਂ ਵਰਕਰਾਂ ਦੀ ਜੋ ਦਿਲੀ ਖਾਹਿਸ਼ ਸੀਗੀ, ਜੋ ਉਹਨਾਂ ਦੀ ਇੱਛਾ ਸੀ, ਉਸ ਦੇ ਖਿਲਾਫ ਜਾ ਕੇ ਇੱਥੋਂ ਦੀ ਟਿਕਟ ਅਨਾਉਂਸ ਕੀਤੀ। ਉਸ ਵੇਲੇ ਉਹਨਾਂ ਨੂੰ ਸਹੀ ਜੋ ਫੈਸਲਾ ਲੱਗਾ ਕਿ ਸਾਨੂੰ ਕਾਗਜ਼ ਭਰਨੇ ਚਾਹੀਦੇ, ਅਸੀਂ ਸਾਰੇ ਤੁਹਾਡੇ ਨਾਲ ਹੈ, ਅਸੀਂ ਕਾਗਜ਼ ਭਰੇ। ਅੱਜ ਮੈਂ ਇਸ ਚੀਜ਼ ਤੇ ਫਖਰ ਮਹਿਸੂਸ ਕਰਦੀ ਹਾਂ ਕਿ ਮੇਰੇ ਉਸ ਲਿੱਤੇ ਹੋਏ ਕਦਮ ਕਰਕੇ ਜਾਂ ਸ਼ਾਇਦ ਜੋ ਵੀ ਕਾਰਨ ਰਹੇ, ਅੱਜ ਮੇਰੇ ਉਹਨਾਂ ਸਾਥੀਆਂ ਦਾ ਜਿਹੜਾ ਮਾਣ ਹੈ ਉਹ ਬਰਕਰਾਰ ਰਿਹਾ। ਹਾਈ ਕਮਾਂਡ ਨੇ ਉਹਨਾਂ ਨੂੰ ਅਪਰੋਚ ਕੀਤੀ, ਹਾਈ ਕਮਾਂਡ ਦੇ ਉਹਨਾਂ ਨੂੰ ਵੱਖ-ਵੱਖ ਤਰੀਕੇ ਦੇ ਸੁਨੇਹੇ ਲੱਗੇ ਔਰ ਅੱਜ ਉਹਨਾਂ ਹੀ ਸਾਥੀਆਂ ਨੇ ਮੈਨੂੰ ਆ ਕੇ ਇਹ ਸਲਾਹ ਦਿੱਤੀ ਹੈ ਕਿ ਆਪਾਂ ਨੂੰ ਦੁਬਾਰਾ ਇੱਕ ਵਾਰੀ ਇੰਤਜ਼ਾਰ ਕਰਨਾ ਚਾਹੀਦਾ ਔਰ ਵੇਖਣਾ ਚਾਹੀਦਾ ਹੈ ਕਿ ਜਿਹੜੀ ਪਾਰਟੀ ਜਿਸ ਤੋਂ ਮੇਰਾ ਵਿਸ਼ਵਾਸ ਤਕਰੀਬਨ ਉੱਠ ਚੁੱਕਾ ਹੈ, ਪਰ ਜਿਹੜੇ ਸਾਡੇ ਸਾਥੀ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇਸ ਪਾਰਟੀ ਵਿੱਚ ਆਪਣਾ ਵਕਤ ਗੁਜ਼ਾਰਿਆ, ਅੱਜ ਜਦੋਂ ਉਹਨਾਂ ਨੂੰ ਡਾਇਰੈਕਟ ਹਾਈ ਕਮਾਂਡ ਨੇ ਅਪਰੋਚ ਕੀਤਾ ਹੈ ਔਰ ਇਹ ਕਿਹਾ ਹੈ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਰੱਖੋ, ਸਾਨੂੰ ਇੱਕ ਮੌਕਾ ਦਿਓ, ਤਾਂ ਕੋਈ ਗੱਲ ਨਹੀਂ, ਇਹਨਾਂ ਸਾਥੀਆਂ ਕਰਕੇ ਦਾਮਨ ਬਾਜਵਾ ਖੜੀ ਹੈ। ਤੇ ਜੇ ਅੱਜ ਇਹ ਸਾਥੀ ਇਹ ਮਹਿਸੂਸ ਕਰਦੇ ਹੈ ਕਿ ਕਾਗਜ਼ ਵਾਪਸ ਲੈਣ 'ਚ ਹੀ ਇੱਕ ਸਮਝਦਾਰੀ ਹੈ ਤਾਂ ਕੋਈ ਗੱਲ ਨਹੀਂ, ਮੈਂ ਵਾਪਸ ਲੈ ਲੈ। ਦੇਖੋ, ਮੈਂ ਕਿਸੇ ਲੀਡਰ ਜਾਂ ਕਿਸੇ ਦੇ ਕਹੇ ਤੇ ਨਹੀਂ ਮੰਨੀ। ਮੈਂ ਸਿਰਫ ਜਿਹੜੇ ਮੇਰੇ ਸਾਥੀ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਕਾਗਜ਼ ਭਰਨ ਵਾਸਤੇ, ਮੈਂ ਉਹਨਾਂ ਦੇ ਕਹੇ ਤੇ ਹੀ ਇੱਥੇ ਆਈ ਹਾਂ। ਔਰ ਹਲਕੇ ਦੇ ਲੋਕਾਂ ਨੂੰ ਜੇ ਮੇਰੇ ਤੋਂ ਉਮੀਦ ਹੈ ਤਾਂ ਬਹੁਤ ਚੰਗੀ ਗੱਲ ਹੈ, ਮੈਂ ਉਹਨਾਂ ਦੀ ਉਮੀਦ ਤੇ ਖਰੀ ਉਤਰੂੰਗੀ। ਚੋਣਾਂ ਤਾਂ 20 ਤਰੀਕ ਨੂੰ ਖਤਮ ਹੋ ਜਾਣੀ ਹੈ। ਦਾਮਨ ਬਾਜਵਾ ਦਾ ਦਫ਼ਤਰ ਹੀ ਇੱਕ ਲੌਤਾ ਐਸਾ ਦਫ਼ਤਰ ਹੋਊਗਾ ਜਿਹੜਾ ਇੱਥੇ ਚੱਲਦਾ ਹੋਊਗਾ ਔਰ ਜਿਹੜੇ ਲੋਕਾਂ ਦੀ ਸੇਵਾ ਨਿਰੰਤਰ ਜਾਰੀ ਰੱਖਣਗੇ। ਔਰ ਜਿਹੜੇ ਮੁੱਦਿਆਂ ਤੇ ਮੇਰੀ ਲੜਾਈ ਪਹਿਲਾਂ ਸੀ, ਭਾਵੇਂ ਉਹ ਕੂੜੇ ਦੇ ਢੇਰ ਨੇ, ਭਾਵੇਂ ਉਹ ਹੋਰ ਜਿਹੜੀਆਂ ਸੋਸ਼ਲ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਦੇ ਆ ਜਾਂ ਹੋਰ ਜਿਹੜੇ ਸੁਨਾਮ ਦੇ ਇਸ਼ੂਜ਼ ਨੇ, ਉਸ ਦੀ ਲੜਾਈ ਇਸੇ ਤਰੀਕੇ ਨਿਰੰਤਰ ਦਾਮਨ ਬਾਜਵਾ ਵੱਲੋਂ ਜਾਰੀ ਰਹੂਗੀ। ਤੇ ਮੈਂ ਦੁਬਾਰਾ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਦਾਮਨ ਬਾਜਵਾ ਦਾ ਟੀਚਾ ਸੁਨਾਮ ਤੇ ਸੁਨਾਮ ਦਾ ਵਿਕਾਸ ਹੈ। 11 ਮਾਰਚ ਨੂੰ ਨਤੀਜੇ ਕੁਛ ਮਰਜ਼ੀ ਹੋਣ, ਦਾਮਨ ਬਾਜਵਾ ਤੇ ਉਸਦੇ ਸਾਥੀ ਤਾਕਤ ਵਿੱਚ ਹੋਣਗੇ। ਨਹੀਂ, ਮੈਂ ਇਹੋ ਜਿਹਾ ਤਾਂ ਕੁਛ ਕਿਹਾ ਹੀ ਨਹੀਂ। ਮੈਂ ਤੁਹਾਨੂੰ ਦੱਸਿਆ ਮੇਰੇ ਸਾਥੀ ਜੋ ਕਹਿਣਗੇ, ਉਹਨਾਂ ਨੇ ਕਿਹਾ ਕਾਗਜ਼ ਭਰ ਦਿਓ, ਆਪਾਂ ਭਰਤੇ। ਉਹਨਾਂ ਨੇ ਅੱਜ ਕਿਹਾ ਕਿ ਸਾਨੂੰ ਹਾਈ ਕਮਾਂਡ ਦੇ ਫੋਨ ਆ ਰਹੇ ਹੈ, ਉਹ ਇੱਕ ਮੌਕਾ ਮੰਗ ਰਹੇ ਹੈ, ਤੁਸੀਂ ਇੱਕ ਵਾਰੀ ਉਹਨਾਂ ਨੂੰ ਮੌਕਾ ਦਿਓ। ਮੈਂ ਆਪਣੇ ਸਾਥੀਆਂ ਦੀ, ਸਾਰੇ ਖੜੇ ਨੇ, ਤੁਸੀਂ ਪੁੱਛ ਸਕਦੇ ਹੋ, ਇਹਨਾਂ ਦੀ ਰਾਏ ਲੈ ਕੇ ਮੈਂ ਆਪਣੇ ਕਾਗਜ਼ ਵਾਪਸ ਲਿਆ। ਕੱਲ ਨੂੰ ਇਹ ਕਹਿਣਗੇ ਕਿ ਅਸੀਂ ਖੂਹ 'ਚ ਛਾਲ ਮਾਰਨੀ, ਮੈਂ ਖੂਹ 'ਚ ਛਾਲ ਮਾਰੂੰਗੀ। ਮੇਰਾ ਕਿਸੇ ਪਾਰਟੀ ਤੇ ਅੱਜ ਕੋਈ ਭਰੋਸਾ ਨਹੀਂ। ਮੇਰਾ ਭਰੋਸਾ ਹੈ ਤਾਂ ਮੇਰੇ ਪਰਿਵਾਰ ਤੇ ਮੇਰੇ ਸਾਥੀਆਂ ਤੇ। ਦੇਖੋ, ਚੰਨੀ ਸਾਹਿਬ ਨਾਲ ਮੇਰੀ ਕੀ ਗੱਲ ਹੋਈ ਜਾਂ ਨਹੀਂ ਹੋਈ, ਉਹ ਅਸੀਂ ਸਾਰੇ, ਸਾਡਾ ਪਰਿਵਾਰ ਜਾਣਦਾ ਹੈ। ਰਹੀ ਗੱਲ ਜਸਵਿੰਦਰ ਧਮਾਨ ਜੀ ਦੀ, ਜਿਸ ਦਿਨ ਉਹ ਮੇਰੇ ਘਰ ਆਏ ਸੀ, ਮੇਰੇ ਘਰ ਇੱਕ ਪ੍ਰੋਗਰਾਮ ਚੱਲ ਰਿਹਾ ਸੀ, ਇੱਕ ਸੋਸ਼ਲ ਫੰਕਸ਼ਨ ਚੱਲ ਰਿਹਾ ਸੀ, ਇਸ ਕਰਕੇ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰ ਸਕੇ। ਮੇਰੀ ਹਲੇ ਤੱਕ ਜਸਵਿੰਦਰ ਧਮਾਨ ਜੀ ਨਾਲ ਕੋਈ ਗੱਲਬਾਤ ਨਹੀਂ ਹੋਈ। ਅੱਗੇ ਸਪੋਰਟ ਕਰਨ ਜਾ ਰਹੇ ਹੋ? ਇਹ ਮੇਰੇ ਪਰਿਵਾਰ ਦਾ ਫੈਸਲਾ ਹੋਊਗਾ, ਮੇਰੇ ਸਾਥੀਆਂ ਦਾ ਫੈਸਲਾ ਹੋਊਗਾ। ਅਸੀਂ ਹਲੇ ਜੋ ਟਾਈਮ ਟੂ ਟਾਈਮ ਸਾਨੂੰ ਜੋ ਅਸੀਂ ਫੈਸਲਾ ਲਿਆ, ਅੱਜ ਕਾਗਜ਼ ਵਾਪਸ ਲੈਣ ਦਾ ਲਿਆ, ਉਹ ਵਾਪਸ ਲੈ ਰਿਹਾ। ਇਸ ਤੋਂ ਬਾਅਦ ਅਗਲਾ ਕੀ ਕਦਮ ਚੁੱਕਣਾ ਉਹ ਵੀ ਅਸੀਂ ਸਲਾਹ ਕਰਕੇ, ਅੱਜ ਵੀ 50 ਸਰਪੰਚ, ਸਾਰੇ ਸਾਡੇ ਕਾਉਂਸਲਰਸ ਲੌਂਗੋਵਾਲ ਦੇ, ਚੀਮਾ ਦੇ, ਸੁਨਾਮ ਦੇ ਮੇਰੇ ਘਰੇ ਬੈਠੇ ਨੇ ਔਰ ਉਹਨਾਂ ਦਾ ਫੈਸਲਾ ਸੁਪਰੀਮ ਹੋਊਗਾ। ਹੋਰ ਕਿਸੇ ਦੇ ਫੈਸਲੇ ਦੀ ਕੋਈ ਤਵੱਜੋ ਨਹੀਂ। ਮੈਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਹੈ? ਦਾਮਨ ਬਾਜਵਾ ਤਾਂ ਆਪ ਜੋ ਕਹਿ ਰਹੇ ਨੇ ਉਹ ਕਰ ਰਹੀ ਹੈ। ਮੇਰਾ ਉਹਨਾਂ ਨੂੰ ਇਹੀ ਸੁਨੇਹਾ ਹੈ, ਆਪਣੀ ਇਕਜੁੱਟਤਾ ਕਾਇਮ ਰੱਖੋ। ਅੱਜ ਵੀ ਜੇ ਸਾਨੂੰ ਫੋਨ ਆਉਣ ਲੱਗੇ ਹੈ ਤੇ ਉਹ ਆਪਣੀ ਇਕਜੁੱਟਤਾ ਕਾਰਨ ਆਉਣ ਲੱਗੇ ਹੈ। ਅੱਜ ਜਿਹੜੇ ਲੋਕ ਕਹਿੰਦੇ ਸੀਗੇ ਕਿ ਅਸੀਂ ਇਹਨਾਂ ਨੂੰ ਬੁਲਾਉਣਾ ਨਹੀਂ, ਇਹਨਾਂ ਨੂੰ ਪੁੱਛਣਾ ਨਹੀਂ, ਜੇ ਅੱਜ ਉਹ ਸਾਡੇ ਤੱਕ ਉਹਨਾਂ ਨੇ ਅਪਰੋਚ ਕੀਤੀ ਹੈ ਤਾਂ ਅੱਜ ਸਾਡੀ ਇਕਜੁੱਟਤਾ ਕਾਰਨ, ਸਾਡੀ ਏਕਤਾ ਕਾਰਨ ਕੀਤੀ ਹੈ ਤੇ ਏਕਤਾ ਇਸੇ ਤਰੀਕੇ ਬਰਕਰਾਰ ਰਹੂਗੀ। ਦਾਮਨ ਬਾਜਵਾ ਧੜੇ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦੀ ਹੈ, ਪਾਰਟੀਆਂ ਦੀ ਰਾਜਨੀਤੀ ਨਹੀਂ। ਨਾ ਟਿਕਟ ਬਣਾਉਂਦੀ ਹੈ ਤੇ ਨਾ ਟਿਕਟ ਕਿਸੇ ਤੋਂ ਕੁਝ ਖੋ ਸਕਦੀ ਹੈ। ਆਪਣੇ ਕੰਮ ਆਪਣੇ ਹੀ ਰਹਿੰਦੇ ਆ ਤੇ ਮੈਨੂੰ ਮੇਰੇ ਕੰਮਾਂ ਤੇ ਮਿਹਨਤ ਤੇ ਪੂਰਾ ਯਕੀਨ ਹੈ। ਇਸਲਾ ਦਾਮਨ ਬਾਜਵਾ ਦਾ ਨਹੀਂ, ਇਹ ਜਿਨ੍ਹਾਂ ਨੂੰ ਤੁਸੀਂ ਸਮਰਥਕ ਕਹਿ ਰਹੇ ਹੋ, ਮੇਰੇ ਸਮਰਥਕ ਨਹੀਂ, ਮੇਰਾ ਪਰਿਵਾਰ ਹੈ, ਉਹਨਾਂ ਦਾ ਫੈਸਲਾ ਹੈ। ਉਹ ਬਿਲਕੁਲ ਕਨਫਿਊਜ਼ ਨਹੀਂ ਹੈਗੇ। ਉਹਨਾਂ ਨੇ ਆ ਕੇ ਫੈਸਲਾ ਲੈਣ ਨੂੰ ਕਿਹਾ ਹੈ ਤੇ ਅੱਗੇ ਉਹ ਜੋ ਫੈਸਲਾ ਲੈਣਗੇ ਮੈਂ ਤਾਂ ਉਹਨਾਂ ਦੇ ਮਗਰ ਲੱਗ ਕੇ ਚੱਲਣ ਵਾਲਿਆਂ ਚੋਂ। ਨਹੀਂ, ਅਸੀਂ ਸਲਾਹ ਕਰਾਂਗੇ ਔਰ ਸਲਾਹ ਕਰਕੇ ਪਰਸੋਂ ਨੂੰ ਆਪਣਾ ਯੂਨੈਨਿਮਸ ਜਿਹੜਾ ਸਾਡਾ ਡਿਸੀਜਨ ਹੋਊਗਾ, ਯੂਨਾਈਟਿਡ ਡਿਸੀਜਨ ਜਿਹੜਾ ਹੋਊਗਾ, ਨਾਟ ਯੂਨੈਨਿਮਸ, ਉਹ ਯੂਨਾਈਟਿਡ ਸਾਡਾ ਜਿਹੜਾ ਡਿਸੀਜਨ ਹੈ ਉਹ ਅਸੀਂ ਪਰਸੋਂ ਨੂੰ ਦੱਸਾਂਗੇ। ਮੈਂ ਹਰਮਨ ਬਾਜਵਾ ਆਪਣੀ ਧਰਮ ਪਤਨੀ ਦਾਮਨ ਬਾਜਵਾ ਦੇ ਪਿੱਛੇ ਡਟ ਕੇ ਖੜਾ। ਠੀਕ ਹੈ, ਜੋ ਇਹਨੇ ਫੈਸਲਾ ਲੈ ਲਿਆ, ਜੋ ਮੇਰੇ ਭਰਾਵਾਂ ਨੇ ਆ ਖੜੇ, ਇਹ ਸਮਰਥਕ ਨਹੀਂ, ਇਹ ਮੇਰੇ ਭੈਣ ਭਰਾ ਨੇ, ਇਹੀ ਨੇ ਫੈਸਲਾ ਲੈਣ ਵਾਲੇ, ਜੋ ਲੈ ਲੈਣਗੇ। ਉਦਣ ਵੀ ਫੈਸਲਾ ਇਹਨਾਂ ਨੇ ਲਿਆ ਸੀ ਤੇ ਅਸੀਂ ਮੰਨਿਆ,
ਅੱਜ ਵੀ ਫੈਸਲਾ ਇਹਨਾਂ ਨੇ ਲਿਆ ਤੇ ਅਸੀਂ ਮੰਨਾਂਗੇ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਭਾਜੀ ਉਹਦੇ ਨਾਲੋਂ ਜ਼ਰੂਰੀ ਦਾਮਨ ਬਾਜਵਾ ਜੀ ਇਤਿਹਾਸ ਬਣਾਉਣਗੇ ਸੁਨਾਮ 'ਚ ਜੀ ਤੁਹਾਡੇ ਸਾਹਮਣੇ। ਜਿਹੜੇ ਲੋਕ ਚੋਣਾਂ ਲੜ ਕੇ ਕੰਮ ਨਹੀਂ ਕਰ ਸਕੇ ਜੀ ਇਸ ਵਾਰ ਬਿਨਾਂ ਚੋਣਾਂ ਲੜੇ ਉਹ ਕੰਮ ਦਾਮਨ ਬਾਜਵਾ, ਲੋਕ ਚੋਣਾਂ ਲੜਨਗੇ ਤੇ ਦਾਮਨ ਬਾਜਵਾ ਦੁਬਾਰਾ ਫੇਰ ਤੋਂ ਸੁਨਾਮ ਸ਼ਹਿਰ ਦੇ ਕੰਮ ਕਰੂਗੀ। ਸਾਡਾ ਪਹਿਲਾ ਜਿਹੜਾ ਏਜੰਡਾ ਹੈ ਅੱਜ ਵੀ ਉਹੀ ਹੈ, ਸੁਨਾਮ ਦੇ ਕੂੜੇ ਦੇ ਡੰਪ ਉਹ ਪਰਸੋਂ ਤੋਂ ਸਟਾਰਟ ਹੋ ਜਾਣਗੇ ਜੀ। ਬਾਕੀ ਜਿਹੜਾ ਤੁਸੀਂ ਮੈਨੂੰ ਪਤਾ ਤੁਹਾਡਾ ਜ਼ਿਆਦਾ ਇੰਟਰਸਟ ਜਿਹੜਾ ਹੈਗਾ ਚੋਣਾਂ 20 ਤਰੀਕ ਬੜੀ ਅੱਗੇ ਆ ਬਈ, ਹਜੇ ਤਾਂ 13 14 ਕਿੰਨੇ 16 ਦਿਨ ਪਏ ਨੇ। ਫੈਸਲਾ ਖੜੇ ਨੇ ਭਰਾ ਮੇਰੇ ਪਿੱਛੇ ਸਾਰੇ ਘਰੇ ਬੈਠੇ ਆ 100 ਜਣਾ। ਅੱਜ ਵੀ 18 ਕੌਂਸਲਰ ਸੁਨਾਮ ਦੇ, 19 4 ਚੀਮਿਆਂ ਦੇ, 4 ਲੌਂਗੋਵਾਲ ਦੇ, ਨਗਰ ਕੌਂਸਲ ਸੁਨਾਮ ਦੇ ਪ੍ਰਧਾਨ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ, ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ, ਮਾਰਕੀਟ ਕਮੇਟੀ ਚੀਮਿਆਂ ਦੇ ਚੇਅਰਮੈਨ ਤੇ ਮਾਰਕੀਟ ਕਮੇਟੀ ਸੰਗਰੂਰ ਦੇ ਵਾਈਸ ਚੇਅਰਮੈਨ, ਬਲਾਕ ਸਮਿਤੀ ਸੰਗਰੂਰ ਦੇ ਚੇਅਰਮੈਨ, ਬਲਾਕ ਸਮਿਤੀ ਸੁਨਾਮ ਦੇ ਚੇਅਰਮੈਨ। ਭਾਜੀ ਇਹ ਸਾਰੇ ਘਰ ਨੇ ਇੱਥੇ, ਕਹਿੰਦੇ ਕਹਾਉਂਦੇ ਆਲੇ ਦੁਆਲੇ ਲੀਡਰ ਤੁਹਾਡੇ ਸਾਹਮਣੇ। ਟਿਕਟਾਂ ਕੱਟੀਆਂ ਗਈਆਂ, ਰਾਤ ਨੂੰ ਪਤਾ ਨਹੀਂ ਲੱਗਿਆ ਕਿੱਧਰ ਗਏ ਤੇ ਸਵੇਰ ਨੂੰ ਪਤਾ ਨਹੀਂ ਲੱਗਿਆ ਬੰਦੇ ਕਿੱਧਰ ਗਏ। ਇਹ ਬੰਦੇ ਨਹੀਂ ਗਏ, ਭਰਾ ਨੇ, ਇਸ ਲਈ ਨਾਲ ਨੇ। ਇਹ ਫੈਸਲਾ ਵੀ ਮੈਨੂੰ ਦੇਖੋ, ਮੈਂ ਤਾਂ ਦਾਮਨ ਦੇ ਫੈਸਲੇ ਦੇ ਨਾਲ ਆ, ਜੋ ਦਾਮਨ ਜੀ ਫੈਸਲਾ ਲੈਣਗੇ ਉਹਦੇ ਨਾਲ ਆ, ਪਰ ਦਾਮਨ ਜੀ ਵੀ ਕਿਸੇ ਨੇਤਾ ਦੇ ਕਹੇ ਤਾਂ ਨਹੀਂ ਬਹਿ ਸਕਦੇ, ਨਾ ਕਿਸੇ ਹੋਰ ਦੇ ਕਹੇ। ਤੇ ਹਾਂ, ਸਾਥੀਆਂ ਨੇ ਕਿਹਾ, ਕਿਉਂਕਿ ਜੋ ਇਹਨਾਂ ਨੇ ਦੱਸਿਆ ਹਾਈ ਕਮਾਂਡ ਅਪਰੋਚ ਕਰ ਰਹੀ ਸੀਗੀ, ਪਰ ਮੈਨੂੰ ਤੇ ਦਾਮਨ ਜੀ ਨੂੰ ਨਹੀਂ ਸੀ ਭਰੋਸਾ ਵਾਲਾ, ਕਿਉਂਕਿ ਜਦੋਂ ਬੰਦੇ ਦਾ ਮਨ ਟੁੱਟ ਜਾਂਦਾ ਤਾਂ ਇਹਨਾਂ ਸਾਰਿਆਂ ਨੇ ਕਿਹਾ ਵੀ ਇੱਕ ਫੈਸਲਾ ਤੁਸੀਂ ਸਾਡੇ ਤੇ ਛੱਡ ਦਿਓ। ਜੇ ਨਹੀਂ ਹੋਇਆ ਤਾਂ ਇਹਨਾਂ ਨੇ ਵੀ ਸਾਰਿਆਂ ਨੇ ਇਹ ਕਿਹਾ ਵੀ ਸਿੱਧਾ ਖੂਹ 'ਚ ਛਾਲ ਮਾਰੇਗਾ, ਪਿੱਛੇ ਅਸੀਂ ਮਾਰ ਦਾਂਗੇ। ਇੱਕ ਮਿੰਟ, ਮੈਂ ਇਸ ਤੋਂ ਜ਼ਿਆਦਾ ਸਪਸ਼ਟ ਕੀ ਕਵਾਂ। ਦੇਰ ਕੋਈ ਪਾਰਟੀ ਨਹੀਂ, ਕੋਈ ਲੀਡਰਸ਼ਿਪ ਨਹੀਂ, ਕੋਈ ਸਿਆਸੀ ਵਿਅਕਤੀ ਨਹੀਂ। ਮੇਰੇ ਸਾਥੀਆਂ ਨੂੰ ਕੁਝ ਹਾਈ ਕਮਾਂਡ ਦੀ ਕਈ ਲੀਡਰਸ ਦੇ ਫੋਨ ਆਏ, ਕੁਝ ਕਿਹਾ ਗਿਆ। ਇਹਨਾਂ ਨੂੰ ਇਹ ਲੱਗਾ ਕਿ ਸਾਨੂੰ ਥੋੜਾ ਜਿਹਾ ਸਮਾਂ ਹੋਰ ਇਸੇ ਪਾਰਟੀ ਨੂੰ ਜਾਂ ਇੱਥੋਂ ਦੇ ਲੀਡਰਸ ਨੂੰ ਦੇਣਾ ਚਾਹੀਦਾ। ਤੇ ਮੈਂ ਉਸ ਗੱਲ ਨੂੰ ਸਿਰ ਮੱਥੇ ਲੈਂਦੇ ਹੋਏ ਮੈਂ ਕਿਹਾ ਠੀਕ ਹੈ, ਜੇ ਤੁਹਾਨੂੰ ਲੱਗਦਾ ਹੈ, ਮੇਰਾ ਕੋਈ ਯਕੀਨ ਨਹੀਂ, ਪਰ ਜੇ ਤੁਹਾਨੂੰ ਲੱਗਦਾ ਤਾਂ ਵਾਈ ਨੋਟ। ਆਪਾਂ ਕਿਉਂਕਿ ਸਾਰੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ, ਹਰ ਕੋਈ ਵਿਅਕਤੀ ਇਹ ਚਾਹੁੰਦਾ ਹੈ ਕਿ ਠੀਕ ਹੈ ਜੇ ਆਪਾਂ ਨੂੰ ਕੁਝ ਬੈਟਰ ਕੋਈ ਮਿਲਦਾ ਹੈ, ਕੋਈ ਸਾਡੇ ਮੇਰੇ ਜਿਹੜੇ ਵਰਕਰ ਸਾਹਿਬਾਨ ਨੇ ਉਹਨਾਂ ਦੀ ਇੱਜ਼ਤ ਤੇ ਆਬਰੂ ਰੀਇਨਸਟੇਟ ਹੁੰਦੀ ਹੈ। ਜੋ ਉਹਨਾਂ ਦੇ ਇੱਛਾ ਤੋਂ ਖਿਲਾਫ ਜਾ ਕੇ ਫੈਸਲਾ ਲਿਆ ਗਿਆ ਟਿਕਟ ਨਾ ਦੇਣ ਦਾ, ਜੇ ਉਸ ਲਈ ਉਹਨਾਂ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕੋਈ ਕੰਪਨਸੇਸ਼ਨ ਮਿਲ ਰਹੀ ਹੈ ਤਾਂ ਆਪਾਂ ਉਹਦੀ ਵੇਟ ਕਰ ਲੈਂਦੇ ਹਾਂ। ਦਾਮਨ ਬਾਜਵਾ ਨੂੰ ਕੋਈ ਹਰਜ਼ ਨਹੀਂ, ਬਟ ਕਿਹੜੀ ਪਾਰਟੀ ਨਾਲ ਜਾਣਾ ਹੈ ਜਾਂ ਕੀ ਅੱਗੇ ਫੈਸਲਾ ਲੈਣਾ ਉਹ ਤਾਂ ਇਹਨਾਂ ਦੇ ਸਾਥ ਨਾਲ ਹੀ ਡਿਸਾਈਡ ਕੀਤਾ ਜਾਊਗਾ। ਇਹ ਸਾਡਾ ਇੱਕ ਯੂਨਾਈਟਿਡ ਫੈਸਲਾ ਸੀ। ਮੇਰੇ ਸਾਥੀਆਂ, ਜਿੱਦਣ ਮੇਰੀ ਟਿਕਟ ਕੱਟੀ ਗਈ, ਮੇਰੇ ਨਾਲ ਕੋਈ ਪਾਰਟੀ ਕੋਈ ਲੀਡਰ ਨਹੀਂ ਸੀ ਖੜਿਆ, ਮੇਰੇ ਨਾਲ ਇਹ ਲੋਕ ਆ ਕੇ ਖੜੇ ਸੀਗੇ। ਇੱਥੋਂ ਦੇ ਸਰਪੰਚ, ਅਹੁਦੇਦਾਰ ਸਾਹਿਬਾਨ, ਆਗੂ ਸਾਹਿਬਾਨ, ਚੇਅਰਮੈਨ ਸਾਹਿਬਾਨ, ਕਾਉਂਸਲਰ ਸਾਹਿਬਾਨ, ਪ੍ਰਧਾਨ ਸਾਹਿਬਾਨ ਖੜੇ ਸੀ। ਦਾਮਨ ਬਾਜਵਾ ਉਹਨਾਂ ਦੇ ਕਹੇ ਤੇ ਚੱਲੀ ਸੀ ਤੇ ਅੱਜ ਵੀ ਦਾਮਨ ਬਾਜਵਾ ਉਹਨਾਂ ਦੇ ਕਹੇ 'ਚ ਹੀ ਹੈ। ਮੈਂ ਪਹਿਲੇ ਦਿਨ ਵੀ ਕਿਹਾ ਸੀ, ਇਹ ਕਹਿਣਗੇ ਖੂਹ 'ਚ ਛਾਲ ਮਾਰਦੇ, ਮੈਂ ਖੂਹ 'ਚ ਛਾਲ ਮਾਰੂੰਗੀ, ਕਿਉਂਕਿ ਮੇਰੇ ਔਖੇ ਵੇਲੇ 'ਚ, ਮੇਰੇ ਬੁਰੇ ਵਕਤ 'ਚ ਇਹ ਮੇਰੇ ਨਾਲ ਖੜੇ।